ਪਹਿਲਾਂ ਵਿਰੋਧ ਬਾਹਰੋਂ ਹੋ ਰਿਹਾ ਸੀਗਾ, ਹੁਣ ਅੰਦਰੋਂ ਹੋ ਰਿਹਾ। ਅੰਦਰੋਂ ਵਿਰੋਧ ਦਾ ਅਸਰ ਹਮੇਸ਼ਾ ਜ਼ਿਆਦਾ ਹੁੰਦਾ, ਯਾਨੀ ਜਦੋਂ ਜੋਸ਼ੀ ਬੋਲ ਰਹੇ ਨੇ ਤਾਂ ਇਹ ਗੱਲ ਕਿਤੇ ਨਾ ਕਿਤੇ ਦਿੱਲੀ ਦਰਬਾਰ 'ਚ ਜਾਏਗੀ। ਆਰਐਸਐਸ ਚੋਂ ਨਿਕਲੇ ਹੋਏ ਲੋਕ ਬੀਜੇਪੀ 'ਚ ਆਏ ਹੋਏ ਨੇ, ਅਗਰ ਉਹ ਵਿਰੋਧ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਦੋ ਚੀਜ਼ਾਂ ਨੇ, ਜਾਂ ਤਾਂ ਇਹ ਸੋਚੀ ਸਮਝੇ ਤਰੀਕੇ ਨਾਲ ਵਿਰੋਧ ਕਰਵਾਇਆ ਜਾ ਰਿਹਾ, ਤਾਂ ਪ੍ਰਧਾਨ ਮੰਤਰੀ ਮੋਦੀ ਦੇ ਕੋਲੇ ਪਲ ਪਲ ਦੀ ਰਿਪੋਰਟ ਜਾ ਰਹੀ ਹੋਏਗੀ, 2022 ਦੀਆਂ ਅੱਗੇ ਚੋਣਾਂ ਆ ਰਹੀਆਂ ਨੇ, ਤਾਂ ਉਹ ਸਾਰੇ ਚੋਂ ਬੀਜੇਪੀ ਦੇ ਲਈ ਬਹੁਤ ਔਖਾ ਹੋਏਗਾ ਸਰਵਾਈਵਲ। ਹੁਣ ਬੀਜੇਪੀ ਜਿੱਤਣ ਹਾਰਨ ਦਾ ਤਾਂ ਮਸਲਾ ਹੀ ਨਹੀਂ ਹੈਗਾ, ਸਰਵਾਈਵਲ ਦਾ ਮਸਲਾ। ਇਕੱਲਾ ਇਹ ਨਹੀਂਗਾ ਕਿ ਕਿਸਾਨ ਲੀਡਰਾਂ ਨਾਲ ਸਿੱਧੇ ਤੌਰ ਦੇ ਉੱਤੇ ਗੱਲ ਕਰਨੀ ਹੈ, ਜਿਹਦੇ 'ਚ ਇਹ ਵੀ ਹੈ ਕਿ ਹੋਰਾਂ ਦੇ ਨਾਲ ਗੱਲਬਾਤ, ਹੋਰ ਜਿਹੜੇ ਸੋਰਸ ਨੇ, ਯਾਨੀ ਉਹਨਾਂ 'ਚ ਕੋਈ ਧਾਰਮਿਕ ਲੀਡਰ ਹੋ ਸਕਦੇ ਨੇ, ਕੋਈ ਸਮਾਜਿਕ ਲੀਡਰ ਹੋ ਸਕਦੇ ਨੇ, ਕੋਈ ਵੱਡੇ ਬਿਜ਼ਨਸਮੈਨ ਹੋ ਸਕਦੇ ਨੇ, ਕੋਈ ਵੱਡੇ ਅਫਸਰ ਹੋ ਸਕਦੇ ਨੇ ਜਿਹੜੇ ਰਿਟਾਇਰਡ ਨੇ। ਬਹੁਤ ਸਾਰੇ ਲੋਕਾਂ ਤੋਂ ਟਰੈਕ 2 ਥਿਊਰੀ ਦੇ ਜ਼ਰੀਏ ਵੀ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਤੇ ਨਾ ਕਿਤੋਂ ਉੱਤਰਲੇ ਪਾਸੇ ਵੀ ਡਿਵੀਜ਼ਨ ਹੋਈ ਹੋਈ ਹੈ, ਨਾਗਪੁਰ ਹੈੱਡਕੁਆਟਰ 'ਚ ਵੀ, ਆਰਐਸਐਸ ਦੇ ਹੈੱਡਕੁਆਟਰ 'ਚ ਵੀ ਡਿਵੀਜ਼ਨ ਹੋਈ ਹੋਏਗੀ, ਤੇ ਉਹ ਬੀਜੇਪੀ ਹੈੱਡਕੁਆਟਰ ਦੇ ਅੰਦਰ ਵੀ ਡਿਵੀਜ਼ਨ ਹੋਏਗੀ। ਯਾਨੀ ਬੀਜੇਪੀ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿ ਰਹੇ ਨਾ ਲੰਬਾ ਨਾ ਚਲਾਓ। ਪੰਜਾਬ ਨੂੰ ਉਹ ਰਣਨੀਤਿਕ ਤੌਰ ਤੇ ਕਦੇ ਵੀ ਖੋਣਾ ਨਹੀਂ ਚਾਹੁੰਦੇ, ਇਸੇ ਕਰਕੇ ਨਾਰਾਜ਼ਗੀਆਂ, ਹੋਰ ਚੀਜ਼ਾਂ ਨੂੰ ਉਹ ਉਸ ਲੈਵਲ ਤੇ ਨਹੀਂ ਲਿਜਾਣਾ ਚਾਹੁੰਦੇ ਕਿ ਪੰਜਾਬੀ ਆਈਸੋਲੇਟ ਹੋਣ, ਸਿੱਖ ਆਈਸੋਲੇਟ ਹੋਣ, ਸਿੱਖ ਬੀਜੇਪੀ ਦੀ ਰਾਜਨੀਤੀ ਤੋਂ, ਆਰਐਸਐਸ ਦੀ ਪੋਲਿਟਿਕਸ ਤੋਂ ਇੰਨਾ ਦੂਰ ਹੋ ਜਾਣ, ਇੰਨੀ ਦੂਰੀ ਬਣਾ ਜਾਣ ਜਿਹਦੇ 'ਚੋਂ ਕੰਟਰਾਡਿਕਸ਼ਨਾਂ ਵਧਦੀਆਂ ਹੀ ਜਾਣ। ਪੰਜਾਬ ਦੀ ਇਹ ਹਿਸਟਰੀ ਹੈ, ਸਿੱਖਾਂ ਦੀ ਇਹ ਹਿਸਟਰੀ ਹੈ। ਸੈਂਟਰ ਦੇ ਖਿਲਾਫ ਜਿੰਨੇ ਵੀ ਪੰਗੇ ਪਏ ਨੇ, ਚਾਹੇ ਉਹ ਐਮਰਜੈਂਸੀ ਦੇਖ ਲਓ, ਜਿੰਨੇ ਵੀ ਤੁਸੀਂ ਦੇਖ ਲਓ, ਚਾਹੇ ਉਹ ਪੰਜਾਬੀ ਸੂਬਾ ਮੋਰਚਾ ਵੇਲੇ ਦੇਖ ਲਓ, ਜਦੋਂ ਫੈਡਰਲਿਜ਼ਮ ਦਾ ਸਵਾਲ ਆਇਆ, ਪੂਰੇ ਦੇਸ਼ 'ਚੋਂ ਲੜਾਈਆਂ ਲੜੀਆਂ, ਪ੍ਰਕਾਸ਼ ਸਿੰਘ ਬਾਦਲ ਉਦੋਂ ਮੋਹਰੀ ਹੁੰਦੇ ਸੀ, ਉਹ ਸਾਰੀਆਂ ਲੜਾਈਆਂ ਦੇ ਮੋਹਰੀ ਪੰਜਾਬੀ ਤੇ ਸਿੱਖ ਰਹੇ ਨੇ। ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਇਸ ਕਰਕੇ ਉਹ ਬਾਕੀ ਧਰਨੇ ਨੂੰ ਹੋਰ ਤਰ੍ਹਾਂ ਦੇਖਦੇ ਨੇ, ਸਿੱਖਾਂ ਤੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ ਤੇ ਦੇਖਦੇ ਨੇ। ਪ੍ਰਧਾਨ ਮੰਤਰੀ ਮੋਦੀ ਤੇ ਵਰਲਡ ਬੈਂਕ ਦਾ ਦਬਾਅ, ਉਹਨਾਂ ਤੇ IMF ਦਾ ਦਬਾਅ, WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਿਹੜੇ ਸਾਡੇ ਸਮਝੌਤੇ ਹੋਏ ਨੇ, ਉਹ ਨੀਤੀਆਂ ਦਾ ਦਬਾਅ। ਇੱਥੇ PM ਮੋਦੀ ਹੁੰਦੇ ਜਾਂ ਰਾਹੁਲ ਹੁੰਦੇ, ਇਹ ਮਸਲਾ ਕੋਈ ਇੰਨਾ ਸੌਖਾ ਨਹੀਂ ਸੀ ਕਿ ਨਾ ਆਉਂਦਾ। ਦੀਨ ਦਿਆਲ ਉਪਾਧਿਆਏ ਲਿਖਦੇ ਨੇ, ਉਹਨਾਂ ਦਾ ਇੱਕ ਵਿਚਾਰ ਆ ਅੰਤੋਦਿਆ, ਯਾਨੀ ਲਾਈਨ 'ਚ ਜਿਹੜਾ ਅਖੀਰ ਤੇ ਖੜਾ ਗਾ, ਉਹਦੀ ਸੇਵਾ ਸਭ ਤੋਂ ਪਹਿਲਾਂ ਕਰੋ, ਉਹਨੂੰ ਸਭ ਤੋਂ ਵੱਧ ਪਿਆਰ ਕਰੋ, ਉਹਦੇ ਮਸਲੇ ਹੱਲ ਕਰੋ, ਗਰੀਬਾਂ 'ਚ ਜਿਹੜਾ ਸਭ ਤੋਂ ਗਰੀਬ ਆ ਉਹਦੇ ਨਾਲ ਖੜੇ ਹੋ ਜਾਕੋ। ਇਹ ਆਰਐਸਐਸ ਦੇ ਵਿਚਾਰਕ ਵੱਲੋਂ ਲਿਖੀ ਹੋਈ ਗੱਲ ਹੈ, ਤੇ ਸਮਝ ਨਹੀਂ ਆਉਂਦਾ ਪ੍ਰਧਾਨ ਮੰਤਰੀ ਵਰਲਡ ਬੈਂਕ ਦੀ ਮੰਨਦੇ ਆ, IMF ਦੀ ਮੰਨਦੇ ਆ, ਆਰਐਸਐਸ ਦੀ ਕਿਉਂ ਨਹੀਂ ਮੰਨਦੇ, ਆਰਐਸਐਸ ਦੇ ਵਿਚਾਰਕਾਂ ਦੀ ਕਿਉਂ ਨਹੀਂ ਮੰਨਦੇ। ਤੇ ਮੋਦੀ ਵੀ ਉਸੇ ਮਾਡਲ ਨੂੰ ਉਧਰ ਨੂੰ ਲੈ ਕੇ ਜਾ ਰਹੇ ਨੇ ਜੋ ਕਾਂਗਰਸ ਕਰਦੀ ਸੀ। ਤੁਸੀਂ ਕਾਂਗਰਸ ਦਾ ਬਦਲ ਕੀ ਹੋ? ਤੁਹਾਡੀ ਵਿਦੇਸ਼ ਨੀਤੀ ਕਾਂਗਰਸ ਵਰਗੀ, ਤੁਹਾਡੀ ਆਰਥਿਕ ਨੀਤੀ ਕਾਂਗਰਸ ਵਰਗੀ, ਤੁਹਾਡੀ ਗ੍ਰਹਿ ਨੀਤੀ ਕਾਂਗਰਸ, ਤੁਸੀਂ ਕੁਝ ਬਦਲ ਕੇ ਤਾਂ ਦਿਖਾਓ ਦੇਸ਼ ਨੂੰ ਨਾ ਬੀਜੇਪੀ, ਕਿ ਅਸੀਂ ਕਾਂਗਰਸ ਵਰਗੇ ਕਿਵੇਂ ਨਹੀਂ ਆ। ਕੁਛ ਵੀ ਜ਼ਿੰਦਗੀ 'ਚ ਕਦੇ ਐਂ ਨਹੀਂ ਚੱਲਦਾ ਹੁੰਦਾ, ਜ਼ਿੰਦਗੀ ਵੀ ਐਂ ਚੱਲਦੀ ਐ, ਹਰ ਚੀਜ਼ 'ਚ ਜਿਗਜੈਗ ਹੁੰਦੇ ਹੈਗੇ। ਇਸ ਕਰਕੇ ਅੰਦੋਲਨ 'ਚ ਵੀ ਜਿਗਜੈਗ ਹੈਗੇ ਨੇ, ਪਰ ਅੰਦੋਲਨ ਬਹੁਤ ਹੀ ਆਰਗੇਨਾਈਜ਼ਡ ਆ ਔਰ ਡਟਿਆ ਹੋਇਆ, ਔਰ ਪੂਰੇ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨ ਲੱਗੇ ਹੋਏ ਆ। ਅੱਜ ਨਹੀਂ ਤੇ ਕੱਲ ਸਰਕਾਰ ਨੂੰ ਝੁਕਣਾ ਪਏਗਾ। ਕਾਂਗਰਸ ਦੇ ਕਲੇਸ਼ ਤੋਂ ਬਾਅਦ ਹੁਣ ਬੀਜੇਪੀ ਦੇ ਵਿੱਚ ਵੀ ਅੰਦਰੂਨੀ ਖਾਨਾ ਜੰਗੀ ਸ਼ੁਰੂ ਹੋ ਗਈ ਹੈ ਕਿ ਇਸ ਦਾ ਕਿਸਾਨੀ ਮੋਰਚੇ ਤੇ ਕੋਈ ਅਸਰ ਹੋਵੇਗਾ, ਕਿ PM ਮੋਦੀ ਹੁਣ ਕਿਸਾਨੀ ਮੋਰਚੇ ਦਾ ਕੋਈ ਹੱਲ ਕਰ ਦੇਣਗੇ। ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਦੇ ਹਾਂ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ TV ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਖਾਨਾ ਜੰਗੀ ਜਿਹੜੀ ਹੈ ਬੀਜੇਪੀ ਦੇ ਵਿੱਚ ਵੀ ਹੁਣ ਸ਼ੁਰੂ ਹੋ ਗਈ ਹੈ, ਕੀ ਲੱਗਦਾ ਹੈ ਕਿ PM ਮੋਦੀ ਜੋ ਨੇ ਕਿਸਾਨਾਂ ਦੇ ਨਾਲ ਸਮਝੌਤੇ ਨੂੰ ਲੈ ਕੇ ਗੱਲਬਾਤ ਕਰ ਲੈਣਗੇ, ਕਿਉਂਕਿ 2022 ਵੀ ਨਜ਼ਦੀਕ ਆ ਰਹੀ ਹੈ? ਦੇਖੋ, ਇਹਨੂੰ ਦੋ ਤਿੰਨ ਤਰੀਕੇ ਨਾਲ ਡੀਕੋਡ ਕੀਤਾ ਜਾ ਸਕਦਾ। ਪਹਿਲਾ ਤਾਂ ਇਹ ਹੈ ਕਿ ਜੋਸ਼ੀ ਨੇ ਬਿਆਨ ਦਿੱਤਾ, ਜੋਸ਼ੀ ਦੁਖੀ ਨੇ, ਮੰਨ ਲਓ ਉਹਨਾਂ ਦੀ ਆਤਮਾ ਦੁਖੀ ਹੈ। ਦੂਜਾ, ਇਹਨੂੰ ਐਵੇਂ ਦੇਖਿਆ ਜਾ ਸਕਦਾ ਹੈ ਕਿ ਵਿਦਨ ਬੀਜੇਪੀ ਪੰਜਾਬ 'ਚ ਤੇ ਵਿਦਨ ਆਰਐਸਐਸ ਇਸ ਗੱਲ ਦੇ ਉੱਤੇ ਫ੍ਰਿਕਸ਼ਨ ਸੀ, ਇਸ ਗੱਲ ਦੇ ਉੱਤੇ ਦੋ ਤਰ੍ਹਾਂ ਦੇ ਧੜੇ ਸੀ ਜਿਹੜੇ ਵੱਖ-ਵੱਖ ਤਰੀਕੇ ਨਾਲ ਸੋਚ ਰਹੇ ਸੀ। ਆਰਐਸਐਸ ਦਾ ਇੱਕ ਧੜਾ ਵੱਖਰੇ ਤਰੀਕੇ ਨਾਲ ਸੋਚਦਾ ਹੈ ਤੇ ਆਰਐਸਐਸ ਦਾ ਦੂਜਾ ਧੜਾ ਵੱਖਰੇ ਤਰੀਕੇ ਨਾਲ ਸੋਚਦਾ ਹੈ। ਆਰਐਸਐਸ ਇਹ ਸੋਚਦੀ ਹੈ ਕਿ ਪੰਜਾਬੀਆਂ ਦੇ ਨਾਲ, ਸਿੱਖਾਂ ਦੇ ਨਾਲ ਸਾਨੂੰ ਇਸ ਤਰੀਕੇ ਦੇ ਨਾਲ ਸਟ੍ਰੈਟਜੀਕਲੀ ਲੰਬੇ ਸਮੇਂ ਦਾ ਕੋਈ ਵੈਰ ਵਿਰੋਧ ਨਹੀਂ ਪਾਉਣਾ ਚਾਹੀਦਾ, ਸਾਨੂੰ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਤੇ ਤੀਜੇ ਤਰੀਕੇ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜੇ ਆਪਸੀ ਭੇੜ ਨੇ ਉਹਨਾਂ ਦੀ ਵੀ ਲੜਾਈ ਹੈ। ਜਿਵੇਂ ਅਸ਼ਵਨੀ ਸ਼ਰਮਾ ਦਾ ਇੱਕ ਧੜਾ, ਅਨਿਲ ਜੋਸ਼ੀ ਦਾ ਇੱਕ ਧੜਾ। ਅਨਿਲ ਜੋਸ਼ੀ ਅਰੁਣ ਜੇਟਲੀ ਦੇ ਖਾਸਮ ਖਾਤ ਹੁੰਦੇ ਸੀਗੇ, ਕਮਲ ਸ਼ਰਮਾ ਦਾ ਧੜਾ ਜੇ ਕਹੀਏ, ਅਨਿਲ ਜੋਸ਼ੀ, ਕਮਲ ਸ਼ਰਮਾ, ਇਹ ਸਾਰਾ ਇੱਕ ਧੜਾ ਹੁੰਦਾ ਸੀਗਾ। ਤਾਂ ਕਿਤੇ ਨਾ ਕਿਤੇ ਉਹ ਧੜੇ ਨੂੰ ਵੀ ਖੂੰਜੇ ਲਾਇਆ, ਉਹ ਧੜੇ ਦਾ ਵੀ ਵਿਰੋਧ ਹੈ।
ਪਰ ਇਹ ਖਾਨਾ ਜੰਗੀ ਦਾ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਅੰਦਰੋਂ ਵਿਰੋਧ ਹੋਣ ਲੱਗ ਗਿਆ। ਪਹਿਲਾਂ ਤਾਂ ਬਾਹਰੋਂ ਵਿਰੋਧ ਹੋ ਰਿਹਾ ਸੀਗਾ ਬੀਜੇਪੀ ਦਾ, ਹਾਲਾਂਕਿ ਬਹੁਤ ਪਾਵਰਫੁਲ ਹੈ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ। ਆਰਐਸਐਸ ਦੇ ਬਾਰੇ ਵੀ ਕਿਹਾ ਜਾਂਦਾ ਕਿ ਡੀਰੀਅਲ ਕਰ ਦਿੰਦੇ ਨੇ ਆਰਐਸਐਸ ਦੇ ਪੂਰੇ ਨੈਰੇਟਿਵ ਨੂੰ ਵੀ, ਜਦੋਂ ਕਿ ਪਹਿਲਾਂ ਜਿਹੜੇ ਆਰਐਸਐਸ ਜੋ ਕਹਿੰਦੀ ਸੀ ਤਕਰੀਬਨ ਉਵੇਂ ਹੁੰਦਾ ਸੀ, ਹੁਣ ਬਹੁਤ ਸਾਰੀਆਂ ਗੱਲਾਂ ਕਹਿੰਦੇ ਉਹਨਾਂ ਤੋਂ ਬਾਹਰ ਜਾ ਕੇ ਵੀ ਇਹ ਕਰਦੇ ਨੇ, ਜਿਹਦੇ ਕਰਕੇ ਬਹੁਤ ਸਾਰੀ ਇੰਟਰਨਲ ਕੰਟਰਡਿਕਸ਼ਨ ਵਿਦ ਇਨ ਆਰਐਸਐਸ ਵੀ ਇਹਨਾਂ ਨੂੰ ਲੈ ਕੇ ਹੈ। ਤਾਂ ਜਿਹੜੀ ਇਹ ਗੱਲ ਆ ਕਿ ਜੋਸ਼ੀ ਤੇ ਦੂਜੇ ਪਾਸੇ ਸ਼ਰਮਾ, ਤਾਂ ਇਹ ਵੀ ਕਿਤੇ ਨਾ ਕਿਤੇ ਜਿਹੜੀ ਗਰੁੱਪਬਾਜ਼ੀ ਆ ਉਹਦੀ ਕੰਟਰਡਿਕਸ਼ਨ ਆ। ਹੁਣ ਅਸਰ ਇਸ ਗੱਲ ਦਾ ਕਿ ਪਹਿਲਾਂ ਵਿਰੋਧ ਬਾਹਰੋਂ ਹੋ ਰਿਹਾ ਸੀਗਾ, ਹੁਣ ਅੰਦਰੋਂ ਹੋ ਰਿਹਾ। ਅੰਦਰੋਂ ਵਿਰੋਧ ਦਾ ਅਸਰ ਹਮੇਸ਼ਾ ਜ਼ਿਆਦਾ ਹੁੰਦਾ, ਯਾਨੀ ਜਦੋਂ ਜੋਸ਼ੀ ਬੋਲ ਰਹੇ ਨੇ ਤਾਂ ਇਹ ਗੱਲ ਕਿਤੇ ਨਾ ਕਿਤੇ ਦਿੱਲੀ ਦਰਬਾਰ 'ਚ ਜਾਏਗੀ, ਇਹ ਗੱਲ ਆਰਐਸਐਸ ਦੇ ਨਾਗਪੁਰ ਹੈੱਡਕੁਆਟਰ ਪਹੁੰਚੇਗੀ। ਯਾਨੀ ਇਹ ਕਿਹੜਾ ਕੋਈ ਨਵੇਂ ਬੰਦੇ ਨੇ, ਪੁਰਾਣੇ ਬੰਦੇ ਨੇ, ਔਰ ਆਰਐਸਐਸ 'ਚੋਂ ਨਿਕਲੇ ਹੋਏ ਲੋਕ ਨੇ ਸਾਰੇ। ਆਰਐਸਐਸ 'ਚੋਂ ਨਿਕਲੇ ਹੋਏ ਲੋਕ ਬੀਜੇਪੀ 'ਚ ਆਏ ਹੋਏ ਨੇ। ਅਗਰ ਉਹ ਵਿਰੋਧ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਦੋ ਚੀਜ਼ਾਂ ਨੇ, ਜਾਂ ਤਾਂ ਇਹ ਸੋਚੀ ਸਮਝੇ ਤਰੀਕੇ ਨਾਲ ਵਿਰੋਧ ਕਰਵਾਇਆ ਜਾ ਰਿਹਾ, ਜਾਨੀ ਆਉਣ ਵਾਲੇ ਦਿਨਾਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲ ਹੋਣ ਜਾ ਰਹੀ ਹੈ ਜਿਹਦੇ ਜ਼ਰੀਏ ਲੱਗੇ ਕਿ ਬੀਜੇਪੀ ਦੇ ਅੰਦਰ ਹੀ ਵਿਰੋਧ ਹੋ ਗਿਆ, ਹੁਣ ਆਪਾਂ ਕਿਸੇ ਰਾਹ ਵੱਲ ਨੂੰ ਵਧੀਏ। ਇੱਕ ਤਾਂ ਗੱਲ ਇਹ ਹੋ ਸਕਦੀ ਹੈ, ਇਹਦੀ ਕੋਈ ਕਨਫਰਮੇਸ਼ਨ ਨਹੀਂ, ਪਰ ਸਾਡੀ ਇੱਕ ਧਾਰਨਾ ਕਿ ਸ਼ਾਇਦ ਇਸ ਤਰੀਕੇ ਨਾਲ ਵੀ ਹੋ ਰਿਹਾ ਕਿ ਅੰਦਰੋਂ ਆਰਐਸਐਸ ਦੀ ਵੀ ਇਹ ਗੱਲ ਆਈ ਹੋਵੇ ਕਿ ਇਹ ਜਿਹੜੀ ਫੋਰਸ ਹੈ, ਚਾਹੇ ਉਹ ਅਸ਼ਵਨੀ ਸ਼ਰਮਾ ਦੇ ਬਨਾਮ ਬੋਲ ਰਹੇ ਨੇ ਨੀਲ ਜੋਸ਼ੀ, ਚਾਹੇ ਬੋਲ ਰਹੇ ਨੇ ਕੇਡੀ ਜਿਹੜੇ ਭੰਡਾਰੀ ਨੇ, ਚਾਹੇ ਹੋਰ ਜਿਹੜੇ ਮਾਸਟਰ ਮੋਹਨ ਲਾਲ ਨੇ ਜਾਂ ਕੁਛ ਹੋਰ ਲੋਕ ਬੋਲੇ ਨੇ, ਚਾਹੇ ਮਦਨ ਮੋਹਨ ਮਿੱਤਲ ਨੂੰ ਜਿਹੜਾ ਸਿੱਧਾ ਤੌਰ ਦੇ ਉੱਤੇ ਘੂਰਿਆ ਜੇ ਕਹੀਏ ਅਸ਼ਵਨੀ ਸ਼ਰਮਾ ਨੇ, ਇਹ ਕਿਤੇ ਨਾ ਕਿਤੇ ਸਾਰਾ ਕੁਝ ਪਲੈਨਡ ਵੀ ਹੋ ਸਕਦਾ ਵਿਦਨ ਬੀਜੇਪੀ ਵੱਲੋਂ ਜਾਂ ਆਰਐਸਐਸ ਵੱਲੋਂ, ਜਾਂ ਦੂਜੇ ਪਾਸੇ ਕੰਟਰਡਿਕਸ਼ਨ ਵੱਧਦੀ ਨੂੰ ਦੇਖ ਕੇ ਦੋ ਹੀ ਗੱਲਾਂ ਹੋ ਸਕਦੀਆਂ ਨੇ। ਇਹ ਕੰਟਰਡਿਕਸ਼ਨ ਵੱਧਦੀ ਨੂੰ ਦੇਖ ਕੇ ਇਹ ਜਿਹੜੇ ਲੋਕ ਨੇ ਦੂਜੇ ਪਾਸੇ ਨੂੰ ਵੱਧ ਸਕਦੇ ਨੇ, ਯਾਨੀ ਕਿਤੇ ਨਾ ਕਿਤੇ ਅਸਰ ਪਏਗਾ। ਤਾਂ ਪ੍ਰਧਾਨ ਮੰਤਰੀ ਮੋਦੀ ਦੇ ਕੋਲੇ ਪਲ ਦੀ ਰਿਪੋਰਟ ਜਾ ਰਹੀ ਹੋਏਗੀ, 2022 ਦੀਆਂ ਅੱਗੇ ਚੋਣਾਂ ਆ ਰਹੀਆਂ ਨੇ, ਤਾਂ ਉਹ ਸਾਰੇ ਚੋਣ ਬੀਜੇਪੀ ਦੇ ਲਈ ਬਹੁਤ ਔਖਾ ਹੋਏਗਾ ਸਰਵਾਈਵਲ। ਹੁਣ ਬੀਜੇਪੀ ਜਿੱਤਣ ਹਾਰਨ ਦਾ ਤਾਂ ਮਸਲਾ ਹੀ ਨਹੀਂ ਹੈਗਾ, ਸਰਵਾਈਵਲ ਦਾ ਮਸਲਾ। ਬੀਜੇਪੀ ਪੰਜਾਬ ਸਰਵਾਈਵ ਕਰੇਗੀ ਜਾਂ ਨਹੀਂ ਕਰੇਗੀ, ਉਹਦੇ ਸਰਵਾਈਵਲ ਲਈ ਉਹਨੂੰ ਕੀ ਕਰਨਾ ਪਏਗਾ। ਯਾਨੀ ਜੇ ਧਰਨੇ ਦਾ ਹੱਲ ਨਹੀਂ ਹੁੰਦਾ ਕਿ ਪੰਜਾਬ 'ਚ ਬੀਜੇਪੀ ਦਾ ਸਰਵਾਈਵਲ ਬਚੇਗਾ, ਕਿਉਂਕਿ ਇਹ ਸਾਰੇ ਲੀਡਰ ਇਹ ਦੇਖ ਰਹੇ ਨੇ ਕਿ ਜੇ ਸਾਡਾ ਸਰਵਾਈਵਲ ਹੀ ਨਾ ਬਚਿਆ, ਜਿਹੜੇ ਮਿਨਿਸਟਰ ਰਹੇ ਹੋਣ ਕਦੇ, ਉਹਨਾਂ ਨੂੰ ਤਾਂ ਲੱਗਦਾ ਹੀ ਹੋਏਗਾ ਨਾ, ਜੋ ਕੱਲ੍ਹ ਨੂੰ ਐਮਐਲਏ ਵੀ ਨਹੀਂ ਬਣਦੇ, ਮੰਨ ਲਓ ਜਿਹੜੇ ਮਿਨਿਸਟਰ ਰਹੇ ਨੇ ਜੋ ਐਮਐਲਏ ਵੀ ਨਹੀਂ ਬਣਦੇ, ਤਾਂ ਉਹਨਾਂ ਲਈ ਤਾਂ ਬਹੁਤ ਔਖੀ ਗੱਲ ਹੋਏਗੀ। ਉਹ ਜਿਨ੍ਹਾਂ ਦਾ ਇੱਕ ਕਰੀਅਰ ਆ, ਜਿਹਨੇ ਕਿੰਨੀ ਵਾਰ ਐਮਐਲਏ ਬਣੇ, ਕਿੰਨੀ ਵਾਰ ਮੰਤਰੀ ਬਣੇ, ਉਹਨਾਂ ਨੂੰ ਤਾਂ ਬੜਾ ਔੜ ਲੱਗੇਗਾ ਰਾਜਨੀਤੀ 'ਚ ਰਹਿਣਾ, ਉਸ ਪਾਰਟੀ ਨਾਲ ਰਹਿਣਾ ਵੀ। ਜੇ ਉਸ ਪਾਰਟੀ ਦੇ ਅੰਦਰ ਹੀ ਇਹ ਖਾਨਾ ਜੰਗੀ ਸ਼ੁਰੂ ਹੋ ਕੇ ਪਾਰਟੀ ਤੋਂ ਬਾਹਰ ਜਾਣ ਦੇ ਰਾਹ ਪੱਧਰ ਹੋ ਗਏ, ਹਾਲਾਂਕਿ ਬੀਜੇਪੀ ਆਰਐਸਐਸ ਦੇ ਜਿਹੜੇ ਲੋਕ ਹੁੰਦੇ ਨੇ ਉਹ ਜਲਦੀ ਪਾਰਟੀ ਨਹੀਂ ਛੱਡਦੇ, ਅਸੀਂ ਦੇਖਿਆ ਇਹ ਗੱਲ, ਜਲਦੀ ਪਾਰਟੀ ਨਹੀਂ ਛੱਡਦੇ, ਪਰ ਜੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਉਹ ਪਾਰਟੀ ਛੱਡਦੇ ਆ ਤਾਂ ਮਾਹੌਲ ਹੋਰ ਤਰ੍ਹਾਂ ਦਾ ਹੋ ਸਕਦਾ। ਯਾਨੀ ਬੀਜੇਪੀ ਦੇ ਲੀਡਰ ਨਿਕਲ ਕੇ ਕਿਸੇ ਹੋਰ ਪਾਰਟੀ ਚਲੇ ਜਾਂਦੇ ਆ ਤਾਂ ਬੀਜੇਪੀ ਲਈ ਵੀ ਇਹ ਗੱਲ ਬੜੀ ਹੀ ਔਖੀ ਹੋਏਗੀ, ਇਹਦੇ ਦਾ ਸਰਵਾਈਵਲ ਬੀਜੇਪੀ ਦਾ ਬੜਾ ਔਖਾ ਹੋ ਜਾਏਗਾ। ਇਸ ਕਰਕੇ 101% ਅਸਰ ਪਏਗਾ ਇਸ ਗੱਲ ਦਾ ਪ੍ਰਧਾਨ ਮੰਤਰੀ ਮੋਦੀ ਦੀ ਰਣਨੀਤੀ ਤੇ ਰਾਜਨੀਤੀ ਤੇ। ਯਾਨੀ ਉਹਨਾਂ ਨੂੰ ਸੋਚਣਾ ਪਏਗਾ, ਉੱਥੇ ਤੱਕ ਤਾਰਾਂ ਖੜਕ ਗਈਆਂ ਹੋਣਗੀਆਂ, ਸਭ ਕੁਝ ਹੋ ਗਿਆ, ਸਾਰੀਆਂ ਗੱਲਾਂ ਉੱਥੇ ਚਲੀਆਂ ਗਈਆਂ ਹੋਣਗੀਆਂ। ਇਹ 101% ਡਿਬੇਟ ਵਿਦ ਇਨ ਆਰਐਸਐਸ ਵੀ ਚੱਲ ਰਹੀ ਹੋਏਗੀ, ਇਹ ਡਿਬੇਟ ਚੱਲ ਰਹੀ ਹੈਗੀ ਮੋਦੀ ਦੇ ਧੜਿਆਂ ਦੇ ਅੰਦਰ ਵੀ ਜਾਂ ਦਿੱਲੀ ਬੀਜੇਪੀ ਦੇ ਧੜਿਆਂ ਅੰਦਰ ਵੀ। ਜੀ, ਕਿ ਜਿਹੜੇ ਵਿਚਾਰਕ ਮਤਭੇਦ ਨੇ ਸਿਰਫ ਪੰਜਾਬ ਦੇ ਲੀਡਰਾਂ ਦੇ ਵਿੱਚ ਨੇ ਜਾਂ ਫਿਰ ਕੇਂਦਰ ਦੇ ਵਿੱਚ ਵੀ ਅਜਿਹਾ ਹੋ ਰਿਹਾ? ਨਹੀਂ, ਇਹ ਬਹੁਤ ਵੱਡੇ ਮਤਭੇਦ ਪਹਿਲਾਂ ਵੀ। ਅਸਲ 'ਚ ਕਹਾਣੀ ਕੀ ਆ, ਸਾਡੀ ਇਨਫੋਰਮੇਸ਼ਨ ਇਹ ਹੈਗੀ ਕਿ ਬਹੁਤ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਡਿਸਕਸ਼ਨ ਨੂੰ ਕਲੋਜ਼ ਕਰਨ ਦੀ, ਜਿਹੜੀ ਕਿਸਾਨਾਂ ਨਾਲ ਚੱਲ ਰਹੀ ਹੈ। ਇੱਕ ਤਾਂ ਮਿਲਦੇ ਸੀ ਉੱਥੇ ਮੀਟਿੰਗਾਂ ਜਿਹੜੀਆਂ ਵਿਗਿਆਨ ਭਵਨ ਹੁੰਦੀਆਂ ਸੀ, ਉਹ ਤਾਂ ਸਿਰਫ ਦਿਖਦੀਆਂ ਮੀਟਿੰਗਾਂ ਸੀ। ਇਹਨਾਂ ਤੋਂ ਬਿਨਾਂ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਨੇ, ਇਹਨਾਂ ਤੋਂ ਬਿਨਾਂ ਬਹੁਤ ਸਾਰੀਆਂ ਮੀਟਿੰਗਾਂ ਤੋਂ ਆ ਵੀ ਗਏ ਸੀ ਜਾਂ ਉੱਥੇ ਵੀ ਹੁੰਦੇ ਸੀ। ਸਾਨੂੰ ਪਤਾ ਕਿ ਜਿਹੜੀ ਟਰੈਕ ਟੂ ਥਿਊਰੀ ਹੁੰਦੀ ਹੈ, ਜਿਵੇਂ ਪਾਕਿਸਤਾਨ ਦੇ ਨਾਲ ਬਾਕੀ ਮੁਲਕਾਂ ਦੇ ਨਾਲ ਵਿਦੇਸ਼ ਨੀਤੀ ਹੁੰਦੀ ਹੈ, ਜਿਹਨੂੰ ਕਿਹਾ ਜਾਂਦਾ ਟਰੈਕ ਟੂ ਥਿਊਰੀ, ਤਾਂ ਇੱਧਰ ਵੀ ਟਰੈਕ ਟੂ ਥਿਊਰੀ, ਇੱਕ ਅੰਦਰੂਨੀ ਟਰੈਕ ਟੂ ਥਿਊਰੀ ਚੱਲਦੀ ਰਹੀ ਹੈ। ਯਾਨੀ ਜਿਹਦੇ 'ਚ ਇਕੱਲਾ ਇਹ ਨਹੀਂਗਾ ਕਿ ਕਿਸਾਨ ਲੀਡਰਾਂ ਨਾਲ ਸਿੱਧੇ ਤੌਰ ਦੇ ਉੱਤੇ ਗੱਲ ਕਰਨੀ ਹੈ, ਜਿਹਦੇ 'ਚ ਇਹ ਵੀ ਹੈ ਕਿ ਹੋਰਾਂ ਦੇ ਨਾਲ ਗੱਲਬਾਤ, ਹੋਰ ਜਿਹੜੇ ਸੋਰਸ ਨੇ, ਯਾਨੀ ਉਹਨਾਂ 'ਚ ਕੋਈ ਧਾਰਮਿਕ ਲੀਡਰ ਹੋ ਸਕਦੇ ਨੇ, ਕੋਈ ਸਮਾਜਿਕ ਲੀਡਰ ਹੋ ਸਕਦੇ ਨੇ, ਕੋਈ ਵੱਡੇ ਬਿਜ਼ਨਸਮੈਨ ਹੋ ਸਕਦੇ ਨੇ, ਕੋਈ ਵੱਡੇ ਅਫਸਰ ਹੋ ਸਕਦੇ ਨੇ ਜਿਹੜੇ ਰਿਟਾਇਰਡ ਨੇ। ਬਹੁਤ ਸਾਰੇ ਲੋਕਾਂ ਤੋਂ ਟਰੈਕ ਟੂ ਥਿਊਰੀ ਦੇ ਜ਼ਰੀਏ ਵੀ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਆਰਐਸਐਸ ਦਾ ਇੱਕ ਧੜਾ ਜਿਹੜਾ ਜਿਹੜੇ ਧੜੇ ਦੀ ਜੇ ਆਪਾਂ ਕਹੀਏ, ਜਿਵੇਂ ਨਿਤਨ ਗਡਕਰੀ ਵਾਲਾ ਧੜਾ, ਰਾਜਨਾਥ ਵਾਲਾ ਧੜਾ, ਜਿਹੜੇ ਇਸ ਤਰ੍ਹਾਂ ਦੇ ਧੜੇ ਨੇ ਵਿਦ ਇਨ ਆਰਐਸਐਸ, ਯਾਨੀ ਆਰਐਸਐਸ ਜਿਨ੍ਹਾਂ ਦੀ ਸਪੋਰਟ ਕਰਦੀ ਹੈ, ਗਡਕਰੀ ਦੀ ਵੀ ਕਰਦੀ ਹੈ, ਰਾਜਨਾਥ ਸਿੰਘ ਦੀ ਵੀ ਕਰਦੀ ਹੈ, ਯਾਨੀ ਇੱਕ ਤਾਂ ਮੋਦੀ ਤੇ ਅਮਿਤ ਸ਼ਾਹ ਦਾ ਧੜਾ, ਦੂਜਾ ਧੜਾ ਵਿਦ ਇਨ ਬੀਜੇਪੀ ਜਿਹੜਾ ਇਹਨਾਂ ਦੇ ਐਂਟੀ ਹੈ,
ਉਹ ਇਹ ਥਾਟ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਦਾ ਰਿਹਾ। ਇਸੇ ਕਰਕੇ ਕਰੋਨਾ ਦੇ ਦੌਰ 'ਚ ਵੀ ਤੁਸੀਂ ਦੇਖਿਆ ਕਿੰਨੀਆਂ ਖਬਰਾਂ ਲੱਗੀਆਂ ਕਿ ਵਿਦਨ ਆਰਐਸਐਸ ਲੜਾਈ ਹੋ ਗਈ। ਇੰਡੀਅਨ ਐਕਸਪ੍ਰੈਸ ਨੇ ਲਿਖਿਆ, ਵੱਡੇ ਵੱਡੇ ਅਖਬਾਰਾਂ ਨੇ ਲਿਖਿਆ ਕਿ ਵਿਦਨ ਆਰਐਸਐਸ ਕਰੋਨਾ ਤੇ ਲੜਾਈ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕੀ ਕੁਝ ਕਿਹਾ ਗਿਆ ਉਦੋਂ। ਤੇ ਇਹ ਸਾਰੀਆਂ ਗੱਲਾਂ ਕੱਲੀ ਇਹ ਨਹੀਂ ਕਿ ਵੈਸੀ ਆ ਰਹੀਆਂ ਨੇ, ਇਹ ਗੱਲਾਂ ਕਿਤੇ ਨਾ ਕਿਤੇ ਉਹ ਸਾਰਾ ਮਾਹੌਲ ਹੈ ਜਿਸ ਮਾਹੌਲ 'ਚੋਂ ਇਹ ਸਾਰਾ ਮਾਹੌਲ ਬਣ ਰਿਹਾ ਹੈਗਾ ਜਿਹੜਾ ਇਹ ਬੋਲ ਰਹੇ ਨੇ। ਯਾਨੀ ਕਿਤੇ ਨਾ ਕਿਤੋਂ ਉੱਤਰਲੇ ਪਾਸੇ ਵੀ ਡਿਵੀਜ਼ਨ ਹੋਈ ਹੈ। ਨਾਗਪੁਰ ਹੈੱਡਕੁਆਟਰ 'ਚ ਵੀ ਆਰਐਸਐਸ ਦੇ ਹੈੱਡਕੁਆਟਰ 'ਚ ਵੀ ਡਿਵੀਜ਼ਨ ਹੋਏਗੀ ਤੇ ਉਹ ਬੀਜੇਪੀ ਹੈੱਡਕੁਆਟਰ ਦੇ ਅੰਦਰ ਵੀ ਡਿਵੀਜ਼ਨ ਹੋਏਗੀ। ਯਾਨੀ ਬੀਜੇਪੀ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਕਹਿ ਰਹੇ ਇਹਨਾਂ ਲੰਬਾ ਨਾ ਚਲਾਓ ਔਰ ਇਹ ਮੰਨ ਕੇ ਚੱਲਦੇ। ਆਰਐਸਐਸ ਤੇ ਬੀਜੇਪੀ ਦੀ ਇੱਕ ਸਟ੍ਰੈਟਜੀ ਹੈ ਕ੍ਰਿਸਚਨਾਂ ਬਾਰੇ ਤੇ ਮੁਸਲਮਾਨਾਂ ਬਾਰੇ, ਜਿਨ੍ਹਾਂ ਦੇ ਹੋਰ ਉਹ ਸਟ੍ਰੈਟਜੀ ਹੈ। ਸਿੱਖਾਂ ਦੇ ਬਾਰੇ ਉਹ ਸੋਚਦੇ ਨੇ ਕਿ ਸਿੱਖ ਸਾਡਾ ਇੱਕ ਤਰ੍ਹਾਂ ਦਾ ਹਰਿਆਵਲ ਦਸਤਾ ਨੇ, ਲੜਾਈਆਂ ਬਾਰੇ ਸੋਚਦੇ ਨੇ ਉਹ। ਫਸਟ ਵਰਲਡ ਵਾਰ ਤੋਂ ਲੈ ਕੇ ਸੈਕੰਡ ਵਰਲਡ ਵਾਰ ਤੋਂ ਲੈ ਕੇ ਜਿੰਨੀਆਂ ਜੰਗਾਂ ਯੁੱਧ ਹੋਏ ਉਹ 'ਚ ਸਭ ਤੋਂ ਵੱਡੀ ਭੂਮਿਕਾ ਕਿਹਨਾਂ ਦੀ ਰਹੀ? ਸਿੱਖਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ, ਪੰਜਾਬੀਆਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਤਾਂ ਪੰਜਾਬ ਨੂੰ ਉਹ ਸਟ੍ਰੈਟਜੀਕਲੀ, ਚੋਣਾਂ ਦਾ ਮਸਲਾ ਨਹੀਂ ਹੈ ਕਿ ਸਿਰਫ ਚੋਣਾਂ ਨੇ, ਪੰਜਾਬ ਨੂੰ ਉਹ ਰਣਨੀਤਿਕ ਤੌਰ ਤੇ ਕਦੇ ਵੀ ਖੋਣਾ ਨਹੀਂ ਚਾਹੁੰਦੇ। ਇਸੇ ਕਰਕੇ ਨਾਰਾਜ਼ਗੀਆਂ ਹੋਰ ਚੀਜ਼ਾਂ ਨੂੰ ਉਹ ਉਸ ਲੈਵਲ ਤੇ ਨਹੀਂ ਲਿਜਾਣਾ ਚਾਹੁੰਦੇ ਕਿ ਪੰਜਾਬੀ ਆਈਸੋਲੇਟ ਹੋਣ, ਸਿੱਖ ਆਈਸੋਲੇਟ ਹੋਣ, ਸਿੱਖ ਬੀਜੇਪੀ ਦੀ ਰਾਜਨੀਤੀ ਤੋਂ, ਆਰਐਸਐਸ ਦੀ ਪੋਲਿਟਿਕਸ ਤੋਂ ਇੰਨਾ ਦੂਰ ਹੋ ਜਾਣ, ਇੰਨੀ ਦੂਰੀ ਬਣਾ ਜਾਣ ਜਿਹਦੇ 'ਚੋਂ ਕੰਟਰਾਡਿਕਸ਼ਨਾਂ ਵਧਦੀਆਂ ਹੀ ਜਾਣ। ਇਹ ਆਰਐਸਐਸ ਨਹੀਂ ਚਾਹੁੰਦੀ, ਜਾਂ ਆਰਐਸਐਸ ਉਹ ਤਰੀਕੇ ਨਾਲ ਚਾਹੁੰਦੀ ਹੈ ਕਿ ਆਰਐਸਐਸ ਦੀ ਪੋਲਿਟਿਕਸ ਅਸਿਮੀਲੇਸ਼ਨ ਆਫ ਸਿੱਖਸ, ਕਿ ਕਿਸੇ ਵਿਚਾਰ ਨੂੰ ਕਿਵੇਂ ਜਜ਼ਬ ਕਰਨਾ, ਉਹ ਵਿਚਾਰ ਨੂੰ ਜਜ਼ਬ ਕਰਦੇ ਆ, ਨਾ ਕਿ ਉਹ ਐਲੀਮੀਨੇਸ਼ਨ ਦੀ ਪੋਲਿਟਿਕਸ 'ਚ ਆ ਕੇ ਇਹਨਾਂ ਨੂੰ ਖਤਮ ਕਰ ਦਿਓ। ਉਹਨਾਂ ਨੂੰ ਲੱਗਦਾ ਕਿ ਸਿੱਖ ਦਿਖਦੇ ਵੀ ਰਹਿਣ ਪਰ ਵਿਚਾਰਕ ਤੌਰ ਦੇ ਉੱਤੇ ਸਾਡੇ ਲਾਇਕ ਕਿਵੇਂ ਹੋਣ, ਇਹ ਵਿਚਾਰਕ ਤੌਰ ਤੇ ਕਿਤੇ ਨਾ ਕਿਤੇ ਕਿਸੇ ਸਟ੍ਰੈਟਜੀ 'ਚੋਂ, ਕਿਸੇ ਸਮਝੌਤੇ 'ਚੋਂ, ਕਿਸੇ ਧਾਰਾ 'ਚੋਂ ਸਾਡੇ ਨਾਲ ਕਿਵੇਂ ਖੜੇ ਹੋ ਜਾਣ, ਉਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ। ਇਸੇ ਕਰਕੇ ਉਹ ਇਸ ਲੈਵਲ ਤੇ ਨਹੀਂ ਲਿਜਾਣਾ ਚਾਹੁੰਦੇ। ਹਾਲਾਂਕਿ ਇਹ ਧਰਨੇ ਦੀ ਹੋਰ ਕਿਤੇ ਵੀ, ਉੱਤਰ ਪ੍ਰਦੇਸ਼ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਇਹ ਬਿਹਾਰ ਦੇ ਕੁਝ ਹਿੱਸਿਆਂ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਪਰ ਫਿਰ ਵੀ ਉਹ ਸਾਰੀ ਇਸ ਗੱਲ ਨੂੰ ਇਸ ਤਰੀਕੇ ਨਾਲ ਨਹੀਂ ਲਿਜਾਣਾ ਚਾਹੁੰਦੇ। ਉਹਨਾਂ ਨੂੰ ਪਤਾ ਕਿ ਇਹਦੀ ਜਿਹੜੀ ਇਨੀਸ਼ੀਏਟਿਵ ਲਿਆ, ਪੰਜਾਬ ਦੀ ਇਹ ਹਿਸਟਰੀ ਹੈ, ਸਿੱਖਾਂ ਦੀ ਇਹ ਹਿਸਟਰੀ ਹੈ, ਸੈਂਟਰ ਦੇ ਖਿਲਾਫ ਜਿੰਨੇ ਵੀ ਪੰਗੇ ਪਏ ਨੇ, ਚਾਹੇ ਉਹ ਐਮਰਜੈਂਸੀ ਦੇਖ ਲਓ, ਜਿੰਨੇ ਵੀ ਤੁਸੀਂ ਦੇਖ ਲਓ, ਚਾਹੇ ਉਹ ਪੰਜਾਬੀ ਸੂਬਾ ਮੋਰਚਾ ਵੇਲੇ ਦੇਖ ਲਓ, ਜਦੋਂ ਫੈਡਰਲਿਜ਼ਮ ਦਾ ਸਵਾਲ ਆਇਆ, ਪੂਰੇ ਦੇਸ਼ 'ਚੋਂ ਲੜਾਈਆਂ ਲੜੀਆਂ, ਪ੍ਰਕਾਸ਼ ਸਿੰਘ ਬਾਦਲ ਉਦੋਂ ਮੋਹਰੀ ਹੁੰਦੇ ਸੀ, ਉਹ ਸਾਰੀਆਂ ਲੜਾਈਆਂ ਦੇ ਮੋਹਰੀ ਪੰਜਾਬੀ ਤੇ ਸਿੱਖ ਰਹੇ ਨੇ। ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਇਸ ਕਰਕੇ ਉਹ ਬਾਕੀ ਧਰਨੇ ਨੂੰ ਹੋਰ ਤਰ੍ਹਾਂ ਦੇਖਦੇ ਨੇ, ਸਿੱਖਾਂ ਤੇ ਪੰਜਾਬੀਆਂ ਨੂੰ ਵਿਸ਼ੇਸ਼ ਤੌਰ ਤੇ ਦੇਖਦੇ ਨੇ। ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕੋਈ ਗੱਲ ਮੈਚੁਰ ਹੋਵੇ। ਉਹੀ ਜੇ ਆਪਾਂ ਗੱਲ ਪੱਛਮੀ ਬੰਗਾਲ ਚੋਣਾਂ ਦੀ ਕਰੀਏ ਤਾਂ ਬੀਜੇਪੀ ਨੂੰ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਿ ਲੱਗਦਾ ਕਿ ਜੇਕਰ ਯੂਪੀ ਦੇ ਵਿੱਚ ਵੀ ਕਿਸਾਨ ਪ੍ਰਚਾਰ ਕਰਦੇ ਨੇ ਤਾਂ ਉੱਥੋਂ ਬੀਜੇਪੀ ਦੀ ਸਰਕਾਰ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਵੀ। ਇਸੇ ਕਰਕੇ ਮੈਂ ਕਹਿਣਾ ਕਿ ਕੱਲ ਕਲੀ ਇੱਥੇ ਨਹੀਂ ਖੜੀ, ਗੱਲ ਅੱਗੇ ਵੀ ਵਧਣ ਨੂੰ ਤਿਆਰ ਆ, ਕਿਉਂਕਿ ਇਕੱਲਾ ਪੰਜਾਬ ਨਹੀਂ ਹੈ, ਉੱਤਰ ਪ੍ਰਦੇਸ਼ ਵੀ ਹੈ। ਬੰਗਾਲ 'ਚ ਪ੍ਰਚਾਰ ਕੀਤਾ, ਬੰਗਾਲ 'ਚ ਬੀਜੇਪੀ ਹਾਰੀ ਔਰ ਇੱਕ ਤਰ੍ਹਾਂ ਬਹੁਤ ਬੁਰੀ ਹਾਰ ਆ, ਬਹੁਤ ਸ਼ਰਮਨਾਕ ਹਾਰ ਆ ਬੀਜੇਪੀ ਲਈ, ਕਿਉਂਕਿ ਕਿੰਨਾ ਵੱਡਾ ਕਲੇਮ, ਕਿੰਨੀ ਵੱਡੀ ਦਾਅਵੇਦਾਰੀ, ਪ੍ਰਧਾਨ ਮੰਤਰੀ ਨੇ ਆਪਦਾ ਸਾਰਾ ਕੁਛ ਹੀ ਦਾਅ ਤੇ ਲਾਤਾ, ਉਹਦੇ ਬਾਵਜੂਦ ਵੀ ਹਾਰ ਗਏ। ਤਾਂ ਇਸ ਕਰਕੇ ਯੂਪੀ ਕੋ ਪ੍ਰਦੇਸ਼ ਆ, ਅਗਰ ਯੂਪੀ 'ਚੋਂ ਹਾਰ ਗਏ ਤਾਂ ਦੇਸ਼ 'ਚੋਂ ਹਾਰ ਗਏ। ਯਾਨੀ ਯੂਪੀ ਦੇ ਅੰਦਰ ਲੋਕ ਸਭਾ ਦੀਆਂ 80 ਸੀਟਾਂ ਨੇ, ਜੇ ਉੱਤਰ ਪ੍ਰਦੇਸ਼ ਦੇ ਅੰਦਰ ਹਾਰ ਜਾਂਦੀ ਹੈ ਬੀਜੇਪੀ ਤਾਂ ਦੇਸ਼ 'ਚੋਂ ਹਾਰ ਦੀ ਸ਼ੁਰੂਆਤ ਹੋ ਜਾਏਗੀ। ਇਸੇ ਦੇ ਲਈ ਕਾਂਗਰਸ ਪਾਰਟੀ ਜਾਂ ਪ੍ਰਿੰਕਾ ਜਾਂ ਰਾਹੁਲ ਬਹੁਤ ਵੱਡੇ ਪੱਧਰ ਤੇ ਜ਼ੋਰ ਲਾ ਰਹੇ ਨੇ ਕਿ ਅਸੀਂ ਉੱਤਰ ਪ੍ਰਦੇਸ਼ ਜਿੱਤ ਜਾਈਏ, ਉੱਤਰ ਪ੍ਰਦੇਸ਼ ਜਿੱਤ ਕੇ ਅਸੀਂ ਪੂਰੇ ਦੇਸ਼ 'ਚ ਆਪਣੀ ਐਕਸਪੈਂਸ਼ਨ ਕਰ ਸਕਦੇ ਹਾਂ, ਬਹੁਤ ਜ਼ਿਆਦਾ ਜ਼ੋਰ ਲਾ ਰਹੇ ਨੇ ਉਹ। ਤਾਂ ਉੱਤਰ ਪ੍ਰਦੇਸ਼ 'ਚ ਕੰਟਰਾਡਿਕਸ਼ਨਾਂ ਹੀ ਬਹੁਤ ਨੇ, ਯੋਗੀ ਵਰਸਸ ਮੋਦੀ ਹੋਇਆ। ਉਹ ਸਾਰੀ ਲੜਾਈ ਦੇ ਚਲਦਿਆਂ ਇਹ ਗੱਲ ਸੋਚੀ ਜਾ ਰਹੀ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਮਾਹੌਲ ਨਾ ਬਣੇ ਜਿਹਦੇ 'ਚ ਬੀਜੇਪੀ ਹਾਰ ਜੇ। ਇਹ ਵੀ ਉਹਨਾਂ ਤੇ ਪ੍ਰੈਸ਼ਰ ਹੋਏਗਾ। ਇਸੇ ਕਰਕੇ ਮੈਂ ਕਹਿਣਾ ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਇੱਕ ਪ੍ਰੈਸ਼ਰ ਆ, ਤਾਂ ਕਿਸਾਨ ਮਸਲੇ ਦੇ ਹੱਲ ਲਈ ਉਹਨਾਂ ਨੂੰ ਸੋਚਣਾ ਪਏਗਾ। ਜੋ ਨਹੀਂ ਸੋਚਣਗੇ ਤਾਂ ਉਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਬਹੁਤ ਵੱਡੀ ਇੱਕ ਨਿਰਾਸ਼ਾ ਕਿਸਾਨਾਂ 'ਚ ਵੀ ਆਏਗੀ, ਇਸ ਦੇਸ਼ 'ਚ ਆਏਗੀ, ਔਰ ਦੂਜੇ ਪਾਸੇ ਬੀਜੇਪੀ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਏਗਾ, ਬੀਜੇਪੀ ਨੂੰ ਨੁਕਸਾਨ ਹੀ ਹੋਏਗਾ ਉਸ ਗੱਲ ਦਾ। ਤਾਂ ਬੀਜੇਪੀ ਨੂੰ ਇਹ ਸਮਝਣਾ ਚਾਹੀਦਾ, ਜਦੋਂ ਅਨਿਲ ਜੋਸ਼ੀ ਵਰਗੇ ਲੋਕ ਕਹਿ ਰਹੇ ਨੇ ਤੁਹਾਡੀ ਪਾਰਟੀ ਦੇ ਮੰਤਰੀ ਰਹੇ ਨੇ, ਮੰਤਰੀ ਕੋਈ ਛੋਟੇ ਮੋਟੇ ਮੰਤਰੀ ਨਹੀਂ ਰਹੇ, ਲੋਕਲ ਬਾਡੀ ਮਿਨਿਸਟਰ ਸਭ ਤੋਂ ਵੱਡੀ ਮਿਨਿਸਟਰੀ ਹੁੰਦੀ ਹੈ, ਲੋਕਲ ਬਾਡੀ ਮਿਨਿਸਟਰ ਰਹੇ ਨੇ, ਸਥਾਨਕ ਸਰਕਾਰਾਂ ਬਾਰੇ ਮੰਤਰੀ। ਉਹ ਮੰਤਰੀ ਕਹਿ ਰਹੇ ਨੇ ਤੁਹਾਡੇ ਕਿ ਤੁਹਾਡਾ ਜਿਹੜਾ ਡਿਸੀਜ਼ਨ ਆ ਜਾਂ ਤੁਹਾਡੀ ਜਿਹੜੀ ਪਾਲਿਸੀ ਆ ਉਹ ਠੀਕ ਨਹੀਂ ਹੈ। ਤਾਂ ਹੁਣ ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਰਾਜਨੀਤਿਕ ਨੁਕਸਾਨ ਵੀ ਹੋ ਸਕਦਾ ਹੈ। ਪੰਜਾਬ ਤੋਂ ਉੱਤਰ ਪ੍ਰਦੇਸ਼ ਤੱਕ ਤੁਸੀਂ ਧੋਤੇ ਵੀ ਜਾ ਸਕਦੇ ਹੋ ਪੋਲੀਟੀਕਲ ਤੌਰ ਤੇ। ਪੰਜਾਬ ਤੋਂ ਉੱਤਰ ਪ੍ਰਦੇਸ਼ ਤੱਕ ਤੁਹਾਡੀ ਬਦਨਾਮੀ ਵੀ ਕਰਨਗੇ ਕਿਸਾਨ, ਜਾਣਗੇ ਜਦੋਂ ਆਪਣੇ ਮੁੱਦੇ ਰੱਖਣਗੇ, ਉਹ ਕਹਿਣਗੇ ਕਿ ਬੀਜੇਪੀ ਕੀ ਕਰ ਰਹੀ ਹੈ, ਬੀਜੇਪੀ ਨੇ ਕਿਵੇਂ ਤਬਾਹੀ ਕੀਤੀ ਹੈਗੀ ਇਸ ਕਿਸਾਨਾਂ ਦੀ, ਪੰਜਾਬ ਦੀ, ਯੂਪੀ ਦੀ। ਤਾਂ ਉਹ ਵੀ ਦੇਖ ਰਹੇ ਨੇ, ਇਸ ਕਰਕੇ ਉਹਦਾ ਅਸਰ ਬੀਜੇਪੀ ਦੇਖਣ ਨੂੰ ਮਿਲੇਗਾ ਔਰ ਉਹਦਾ ਅਸਰ ਉੱਤਰ ਪ੍ਰਦੇਸ਼ ਦੇਖਣ ਨੂੰ ਮਿਲੇਗਾ, ਪੰਜਾਬ ਦੇਖਣ ਨੂੰ ਮਿਲੇਗਾ। ਇਹੀ ਕਾਰਨ ਆ ਕਿ
ਪ੍ਰੈਸ਼ਰ ਲਗਾਤਾਰ ਵੱਧ ਰਿਹਾ। ਉੱਤਰ ਪ੍ਰਦੇਸ਼ ਵੀ, ਪੰਜਾਬ ਵੀ, 2022 ਦੀਆਂ ਚੋਣਾਂ ਵੀ। ਤਾਂ ਮੈਨੂੰ ਲੱਗਦਾ ਕਿ ਜਿਹੜੀ ਇਹ ਸਾਰੀ ਪ੍ਰੈਕਟਿਸ ਹੋ ਰਹੀ ਹੈ, ਇਹ ਹੋ ਸਕਦਾ ਇਹਦਾ ਪਲੈਨਡ ਵੇ ਵੀ ਹੋਵੇ। ਯਾਨੀ ਜਿਹੜੇ ਲੀਡਰ ਬੋਲ ਰਹੇ ਨੇ, ਇਹਨਾਂ ਨੂੰ ਕਿਤੋਂ ਬੁਲਾਇਆ ਜਾ ਰਿਹਾ ਹੋਵੇ, ਇਹਨਾਂ ਨੂੰ ਨਾਗਪੁਰ ਤੋਂ ਬੁਲਾਇਆ ਜਾ ਰਿਹਾ ਹੋਵੇ ਕਿ ਬੋਲੋ। ਅਨਿਲ ਜੋਸ਼ੀ ਨੂੰ, KD ਭੰਡਾਰੀ ਨੂੰ, ਜਾਂ ਮੋਹਨ ਜਿਹੜੇ ਮਾਸਟਰ ਮੋਹਨ ਲਾਲ ਨੇ, ਜਾਂ ਹੋਰ ਵੀ ਜਿਹੜੇ ਹੁਣ ਬੋਲ ਰਹੇ ਨੇ, ਬਹੁਤ ਸਾਰੇ ਵਰਕਰਾਂ ਨੇ ਸਪੋਰਟ ਕੀਤੀ ਆ, ਬਹੁਤ ਸਾਰੇ ਸੈੱਲਾਂ ਨੇ ਸਪੋਰਟ ਕੀਤੀ ਹੈ। ਤਾਂ ਇਹ ਕਿਤੋਂ ਇੱਕ ਮੂਵ ਵੀ ਹੋ ਸਕਦਾ, ਕਿਉਂਕਿ ਉਹਨਾਂ ਨੂੰ ਇਹ ਸਮਝ ਆ ਚੁੱਕਿਆ ਕਿ ਜੇ ਮਸਲਾ ਹੱਲ ਨਾ ਹੋਇਆ, ਸਾਡਾ ਰਾਜਨੀਤਿਕ ਨੁਕਸਾਨ ਹੋਣਾ ਤੈਅ ਆ। ਜੀ, ਉਹੀ ਜਿਵੇਂ ਤੁਸੀਂ ਪ੍ਰੈਸ਼ਰ ਦੀ ਗੱਲ ਕੀਤੀ ਹੈ, ਆਖਰ PM ਮੋਦੀ ਮੰਨ ਨਹੀਂ ਰਿਹਾ, ਲੰਮਾ ਸਮਾਂ ਹੋ ਚੁੱਕਿਆ, ਕਿ ਉਹਨਾਂ ਤੇ ਵੀ ਕੋਈ ਦਬਾਅ ਹੈ ਜਿਹੜਾ ਮੰਨ ਨਹੀਂ ਰਹੇ ਹੈਗੇ, ਗੱਲਬਾਤ ਨਹੀਂ ਕਰ ਰਹੇ ਕੋਈ? ਪ੍ਰਧਾਨ ਮੰਤਰੀ ਮੋਦੀ ਤੇ ਵਰਲਡ ਬੈਂਕ ਦਾ ਦਬਾਅ, ਉਹਨਾਂ ਤੇ IMF ਦਾ ਦਬਾਅ, ਇੰਟਰਨੈਸ਼ਨਲ ਮੋਨੀਟਰੀ ਫੰਡ ਦਾ, ਉਹਨਾਂ ਤੇ ਵਰਲਡ ਬੈਂਕ ਦਾ, IMF ਦਾ, WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਜਿਹੜੇ ਸਾਡੇ ਸਮਝੌਤੇ ਹੋਏ ਨੇ, ਉਹ ਨੀਤੀਆਂ ਦਾ ਦਬਾਅ। ਇੱਥੇ PM ਮੋਦੀ ਹੁੰਦੇ ਜਾਂ ਰਾਹੁਲ ਹੁੰਦੇ, ਇਹ ਮਸਲਾ ਕੋਈ ਇੰਨਾ ਸੌਖਾ ਨਹੀਂ ਸੀ ਕਿ ਨਾ ਆਉਂਦਾ, ਇਹਨੇ ਫਿਰ ਵੀ ਆਉਣਾ ਸੀ। ਇਸ ਕਰਕੇ ਇਹ ਗੱਲ ਉਹਨਾਂ ਨੂੰ ਸਮਝਣ ਦੀ ਲੋੜ ਆ। RSS ਦੇ ਅੰਦਰ ਇੱਕ ਵਿਚਾਰਕ ਹੋਏ ਨੇ, ਦੀਨ ਦਿਆਲ ਉਪਾਧਿਆਏ, ਜਿਨ੍ਹਾਂ ਦੀ ਇੱਕ ਥਿਊਰੀ ਹੈ ਅੰਤੋਦਿਆ ਦੀ ਥਿਊਰੀ। ਉਹ ਕਹਿੰਦੇ ਆ ਗਰੀਬਾਂ 'ਚੋਂ ਸਭ ਤੋਂ ਗਰੀਬ ਜਿਹੜਾ ਲਾਈਨ 'ਚ ਖੜਾ, ਉਹਦੀ ਉਂਗਲ ਫੜੋ ਜਾ ਕੇ। ਇਹ RSS ਦਾ ਵਿਚਾਰਕ ਲਿਖਦਾ ਹੈ, ਤਾਂ ਪ੍ਰਧਾਨ ਮੰਤਰੀ ਮੋਦੀ ਉਸ ਵਿਚਾਰਕ ਦੀ ਗੱਲ ਕਿਉਂ ਨਹੀਂ ਮੰਨ ਰਹੇ? ਦੀਨ ਦਿਆਲ ਉਪਾਧਿਆਏ ਲਿਖਦੇ ਨੇ, ਉਹਨਾਂ ਦਾ ਇੱਕ ਵਿਚਾਰ ਆ ਅੰਤੋਦਿਆ, ਯਾਨੀ ਲਾਈਨ 'ਚ ਜਿਹੜਾ ਅਖੀਰ ਤੇ ਖੜਾ ਗਾ, ਉਹਦੀ ਸੇਵਾ ਸਭ ਤੋਂ ਪਹਿਲਾਂ ਕਰੋ, ਉਹਨੂੰ ਸਭ ਤੋਂ ਵੱਧ ਪਿਆਰ ਕਰੋ, ਉਹਦੇ ਮਸਲੇ ਹੱਲ ਕਰੋ। ਗਰੀਬਾਂ 'ਚ ਜਿਹੜਾ ਸਭ ਤੋਂ ਗਰੀਬ ਆ, ਉਹਦੇ ਨਾਲ ਖੜੇ ਹੋ ਜਾ ਕੋ। ਇਹ RSS ਦੇ ਵਿਚਾਰਕ ਵੱਲੋਂ ਲਿਖੀ ਹੋਈ ਗੱਲ ਹੈ। ਤੇ ਸਮਝ ਨਹੀਂ ਆਉਂਦਾ, ਪ੍ਰਧਾਨ ਮੰਤਰੀ ਵਰਲਡ ਬੈਂਕ ਦੀ ਮੰਨਦੇ ਆ, IMF ਦੀ ਮੰਨਦੇ ਆ, RSS ਦੀ ਕਿਉਂ ਨਹੀਂ ਮੰਨਦੇ? RSS ਦੇ ਵਿਚਾਰਕਾਂ ਦੀ ਕਿਉਂ ਨਹੀਂ ਮੰਨਦੇ? ਤਾਂ ਪ੍ਰਧਾਨ ਮੰਤਰੀ ਨੂੰ ਇਹ ਚਾਹੀਦਾ ਕਿ ਉਹ ਸੋਚਣ ਕਿ ਇਹ ਨੀਤੀਆਂ, ਇਹ ਕਹਿੰਦੇ ਨੇ ਕਿ ਕਾਂਗਰਸ ਉਹ ਸਮਝੌਤੇ ਕਰ ਗਈ ਸੀ, ਗੈਟ ਦੇ ਜਿਹੜੇ ਸਮਝੌਤੇ ਹੋਏ, ਵਰਲਡ ਬੈਂਕ ਦੇ ਹੋਏ, IMF ਦੇ ਹੋਏ, ਜਾਂ WTO ਦੇ ਹੋਏ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਵਿਸ਼ਵ ਵਪਾਰ ਸੰਸਥਾ ਦੇ। ਇਹਨਾਂ ਨੂੰ ਪੁੱਛੋ ਕਿ ਤੁਸੀਂ ਤਾਂ ਇੱਕ ਵੱਖਰੇ ਮਾਡਲ ਦੀ ਗੱਲ ਕਰਦੇ ਸੀ, ਸਵਦੇਸ਼ੀ ਦੇ ਮਾਡਲ ਦੀ, ਤਾਂ ਤੁਸੀਂ ਉਹ ਮਾਡਲ ਕਿਉਂ ਨਹੀਂ ਚੇਂਜ ਕਰ ਰਹੇ? ਸਾਰਿਆਂ 'ਚ ਨਾ ਕਰੋ, ਹੋ ਸਕਦਾ ਇਸ ਟਾਈਮ ਵਰਲਡ ਆਰਡਰ ਜਿਸ ਤਰ੍ਹਾਂ ਦਾ ਹੈ ਉਹ 'ਚ ਸਰਵਾਈਵਲ ਔਖਾ ਹੋਵੇ ਇੰਡੀਆ ਦਾ, ਕੁਝ ਥਾਵਾਂ 'ਤੇ ਤਾਂ ਕਰ ਸਕਦੇ ਹੋ ਨਾ, ਕਿਸਾਨੀ ਲਈ ਕਰ ਲਓ। ਉਹ ਮਾਡਲ ਦੇ ਚੈਲੰਜ ਤਾਂ ਕਰਕੇ ਦੇਖੋ ਨਾ। ਜਿਵੇਂ ਹੁਣ ਇਸ ਦੇਸ਼ 'ਚ ਲੈਫਟ ਕਹਿੰਦਾ ਕਿ ਜੇ ਸਾਡੀ ਸਰਕਾਰ ਆ ਜੀ, ਜੇ ਸਾਡੇ ਕੋਲੇ ਮੁਲਕ ਹੋਵੇ, ਅਸੀਂ ਇਹ ਸਮਝੌਤੇ ਇਸ ਤਰੀਕੇ ਨਾਲ ਦੇਸ਼ ਨਹੀਂ ਚਲਾਵਾਂਗੇ। ਹਾਲਾਂਕਿ ਬੰਗਾਲ 'ਚ ਉਹਨਾਂ ਨੇ ਉਹੀ ਕੀਤਾ, ਨੰਦੀਗ੍ਰਾਮ ਸੰਗੂਰ 'ਚ ਕੀ ਕਰ ਰਹੇ ਸੀ, ਉਹੀ ਕਰ ਰਹੇ ਸੀ। ਪਰ ਉਹ ਦਾਵਾ ਉਹਨਾਂ ਦਾ, ਐਂ ਦਾਵਾ RSS BJP ਕਰਦੀ ਹੁੰਦੀ ਸੀ। ਪਰ ਜਦੋਂ ਸੱਤਾ 'ਚ ਆਈ, ਹਰ ਗੱਲ 'ਚ FDI, ਪਹਿਲਾਂ ਰਿਟੇਲ 'ਚ FDI ਦਾ ਵਿਰੋਧ ਕੌਣ ਕਰਦਾ ਸੀ? BJP ਹਰ ਵਾਰ ਵਿਰੋਧ ਕਰਦੀ ਸੀ। ਹੁਣ ਡਿਫੈਂਸ 'ਚ ਵੀ FDI ਲੈ ਆਏ। ਹਰ FDI ਦਾ ਵਿਰੋਧ BJP ਕਰਦੀ ਰਹੀ ਹੈ। ਜਿਹੜੀਆਂ ਗੱਲਾਂ ਦਾ ਵਿਰੋਧ ਕਰਤਾ, ਉਹਨਾਂ ਗੱਲਾਂ ਦੇ ਹੀ ਪੱਖ 'ਚ BJP ਖੜੀ ਹੈ। ਹੁਣ ਜਦੋਂ ਇਸ ਦੇਸ਼ ਦਾ ਜਨਮਾਨਸ, ਇਸ ਦੇਸ਼ ਦਾ ਕਿਸਾਨ, ਇਸ ਦੇਸ਼ ਦੇ ਉਹ ਲੋਕ ਜਿਹੜੇ ਕਹਿੰਦੇ ਆ ਭਾਈ ਸਾਨੂੰ ਇਹਦੇ 'ਚ ਫਾਇਦਾ ਨਹੀਂ, ਔਰ ਉਹ ਤੁਹਾਡੇ ਵਿਚਾਰਕ ਦੇ ਮੁਤਾਬਕ ਕਹਿੰਦੇ ਆ ਕਿ ਤੁਹਾਡਾ RSS ਦਾ ਇੱਕ ਸਵਦੇਸ਼ੀ ਦਾ ਥਾਟ ਸੀ, ਤੁਸੀਂ ਦੇਸ਼ ਨੂੰ ਸਵਦੇਸ਼ੀ ਮੁਤਾਬਕ ਕਿਉਂ ਨਹੀਂ ਚਲਾ ਸਕਦੇ? ਤਾਂ ਇਹ ਕੰਟਰਾਡਿਕਟਰੀ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਦਬਾਅ ਜਿਹੜੇ ਨੇ, ਮੈਂ ਕਹਿ ਰਿਹਾ ਗਾ, IMF ਦੇ, ਵਰਲਡ ਬੈਂਕ ਦੇ, WTO ਦੇ, ਉਹ ਸਾਰੇ ਝੱਲਣੇ ਪੈ ਰਹੇ ਨੇ। ਹੁਣ ਉਹਨਾਂ ਤੋਂ ਬਾਕੀ ਕਹਿਣ ਕਿ ਨਹੀਂ, ਇਹ ਗੱਲ ਠੀਕ ਨਹੀਂ ਆ, ਅਸੀਂ ਕੋਈ ਹੋਰ ਤਰੀਕਾ ਲੱਭਾਂਗੇ, ਪਰ ਉਹ ਹੋਰ ਤਰੀਕਾ ਨਹੀਂ ਲੱਭ ਰਹੇ। ਉਸੇ ਦਬਾਅ 'ਚ ਹੋਣ ਕਰਕੇ ਹੀ BJP, ਮੋਦੀ ਉਹ ਗੱਲ ਮੰਨ ਰਹੇ ਨੇ, ਤੇ RSS ਵੀ ਉਹਨਾਂ ਦੇ ਨਾਲ ਖੜੀ ਹੈ। ਜਿਹੜੀ RSS ਇਹ ਗੱਲ ਕਹਿੰਦੀ ਰਹੀ ਹੈ ਕਿ ਸਵਦੇਸ਼ੀ ਦਾ ਮਾਡਲ ਹੋਊਗਾ, ਔਰ ਇਹਨਾਂ ਦੇ ਬਹੁਤ ਸਾਰੇ ਲੋਕ ਵਿਚਾਰਕ ਤੌਰ 'ਤੇ, ਹਾਲਾਂਕਿ ਉਹ RSS 'ਚ ਹੀ ਨੇ, ਗੋਵਿੰਦਾਚਾਰੀਆ ਵਰਗੇ ਲੋਕ ਇਹਨਾਂ ਦਾ ਵਿਰੋਧ ਵੀ ਕਰਦੇ ਨੇ, ਹੁਣ ਵੀ ਕਰਦੇ ਨੇ। ਗੋਵਿੰਦਾਚਾਰੀਆ RSS ਦੇ ਇੱਕ ਬਹੁਤ ਵੱਡੇ ਪ੍ਰਚਾਰਕ ਨੇ, ਬਹੁਤ ਵੱਡੀ ਉਹਨਾਂ ਦੀ ਇੱਕ ਸਮਝ ਆ ਇਕਨੋਮਿਕ ਪਾਲਿਸੀ ਦੇ ਉੱਤੇ, ਉਹ ਕਮਾਲ ਦਾ ਲਿਖਦੇ ਨੇ, ਕਮਾਲ ਦਾ ਬੋਲਦੇ ਨੇ। ਉਹ ਇਹਨਾਂ ਦੇ ਨਾਲ ਨਾਰਾਜ਼ ਹੋਏ ਵਾਜਪਾਈ ਗਵਰਨਮੈਂਟ ਦੇ ਦੌਰ ਤੋਂ ਕਿ ਸਾਡਾ ਮਾਡਲ ਤਾਂ ਕੋਈ ਹੋਰ ਸੀ, ਤੁਸੀਂ ਹੋਰ ਮਾਡਲ ਅਪਣਾਇਆ। ਤੇ ਮੋਦੀ ਵੀ ਉਸੇ ਮਾਡਲ ਨੂੰ ਉਧਰ ਨੂੰ ਲੈ ਕੇ ਜਾ ਰਹੇ ਨੇ ਜੋ ਕਾਂਗਰਸ ਕਰਦੀ ਸੀ। ਤੁਸੀਂ ਕਾਂਗਰਸ ਦਾ ਬਦਲ ਕੀ ਹੋ? ਤੁਹਾਡੀ ਵਿਦੇਸ਼ ਨੀਤੀ ਕਾਂਗਰਸ ਵਰਗੀ, ਤੁਹਾਡੀ ਆਰਥਿਕ ਨੀਤੀ ਕਾਂਗਰਸ ਵਰਗੀ, ਤੁਹਾਡੀ ਗ੍ਰਹਿ ਨੀਤੀ ਕਾਂਗਰਸ। ਤੁਸੀਂ ਕੁਝ ਬਦਲ ਕੇ ਤਾਂ ਦਿਖਾਓ ਦੇਸ਼ ਨੂੰ ਨਾ BJP, ਕਿ ਅਸੀਂ ਕਾਂਗਰਸ ਵਰਗੇ ਕਿਵੇਂ ਨਹੀਂ ਆ। ਇਹੀ ਵੱਡੀਆਂ ਚੀਜ਼ਾਂ ਹੁੰਦੀਆਂ ਨੇ, ਵਿਦੇਸ਼ ਨੀਤੀ, ਆਰਥਿਕ ਨੀਤੀ। ਉਹ ਸਾਰੀ ਵਿਦੇਸ਼ ਨੀਤੀ, ਆਰਥਿਕ ਨੀਤੀ ਤੁਸੀਂ ਬਣਾ ਰਹੇ ਹੋਗੇ। ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਦੁਨੀਆ ਦੀਆਂ ਨੇ, ਜਿਨ੍ਹਾਂ ਤੋਂ ਕਾਂਗਰਸ ਉਵੇਂ ਕਰਦੀ ਸੀ, ਕਾਂਗਰਸ ਦਾ ਮਾਡਲ ਵੀ ਉਹੀ ਸੀ, ਤੁਹਾਡਾ ਆਰਥਿਕ ਮਾਡਲ ਤੇ ਵਿਦੇਸ਼ ਮਾਡਲ ਵੀ ਉਹੀ ਹੈਗਾ। ਇਸ ਕਰਕੇ ਇਹਨਾਂ ਗੱਲਾਂ ਤੇ ਸਮਝ ਬਣਾਉਣ ਦੀ ਲੋੜ। ਕੀ ਲੱਗਦਾ ਕਿ ਕਿਸਾਨੀ ਅੰਦੋਲਨ ਜਿਹੜਾ BJP ਨੂੰ ਘੇਰ ਲਏਗਾ? ਦੇਖੋ, ਕਿਸਾਨ, ਪਹਿਲੀ ਗੱਲ ਇਹ ਹੈ ਕਿ ਇੰਨਾ ਲੰਬਾ ਅੰਦੋਲਨ ਚੱਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ। ਇਹ ਅੰਦੋਲਨ ਬਹੁਤ ਲੰਬਾ ਚੱਲਿਆ, ਔਰ ਦੁਨੀਆ ਦੇ ਅੰਦਰ ਜਾਂ ਸਾਡੀ ਸੁਰਤ 'ਚ ਮੈਂ ਨਹੀਂ ਸੁਣਿਆ ਕਿ ਦੁਨੀਆ 'ਚ ਕੋਈ ਇੰਨਾ ਲੰਬਾ ਅੰਦੋਲਨ ਹੋਇਆ ਹੋਵੇ, ਦੇਸ਼ 'ਚ ਹੋਇਆ ਹੋਵੇ ਜਾਂ ਪੰਜਾਬ 'ਚ ਹੋਇਆ ਹੋਵੇ। ਇਹ ਪਹਿਲੀ ਵਾਰ ਆ, ਇਤਿਹਾਸਿਕ ਅੰਦੋਲਨ ਆ। ਇਹ ਸਾਨੂੰ 1907 ਦੇ ਜਿਹੜੇ ਚਾਚਾ ਅਜੀਤ ਸਿੰਘ ਦੇ ਅੰਦੋਲਨ ਦੀ ਯਾਦ ਕਰਾਉਂਦਾ, ਪਗੜੀ ਸੰਭਾਲ ਜੱਟਾ ਲਹਿਰ ਦੀ। ਤਾਂ ਅੰਦੋਲਨ 'ਚ ਉਤਰਾਅ ਚੜ੍ਹਾਅ ਆਉਂਦੇ ਹੁੰਦੇ ਨੇ, ਕਦੇ ਘਟ ਗਿਆ, ਕਦੇ ਵੱਧ ਗਿਆ, ਇਹ ਵੀ ਹੋਇਆਗਾ। ਔਰ ਹੁਣ ਵੀ ਪਿਛਲੇ ਦੌਰ 'ਚ ਅਸੀਂ ਦੇਖ ਰਹੇ ਹਾਂ, ਲੋਕ ਘਟੇ ਵੀ ਨੇ, ਵਧੇ ਵੀ ਨੇ।
ਹੁਣ ਝੋਨਾ ਲੱਗ ਰਿਹਾ, ਪਹਿਲਾਂ ਕਣਕ ਵੱਢ ਰਹੀ ਸੀ ਉਦੋਂ ਘਟੇ, ਕਣਕ ਵੱਢਣ ਤੋਂ ਬਾਅਦ ਫਿਰ ਕਿਵੇਂ ਗਏ, ਬਹੁਤ ਵੱਡੇ ਪੱਧਰ ਤੇ ਟਰਾਲੀਆਂ ਲੈ ਕੇ ਹੋਰ ਚੀਜ਼ਾਂ ਲੈ ਕੇ ਗਏ ਕਿਸਾਨ, ਟ੍ਰੇਨਾਂ 'ਚ ਗਏ। ਹੁਣ ਵੀ ਕਿਸਾਨ ਵੱਡੇ ਪੱਧਰ ਤੇ ਝੋਨੇ ਤੋਂ ਬਾਅਦ ਜਾਣਗੇ। ਦਬਾਅ ਸਰਕਾਰ ਤੇ ਪੂਰਾ, ਅੰਦੋਲਨ ਪੂਰਾ ਡਟਿਆ ਹੋਇਆ, ਕਿਸਾਨ ਪੂਰੇ ਡਟ ਕੇ ਬੇਹੱਦ ਮਿਹਨਤ ਦੇ ਨਾਲ ਔਰ ਬੇਹੱਦ ਇਮਾਨਦਾਰੀ ਕਮਿਟਮੈਂਟ ਦੇ ਨਾਲ ਡਟੇ ਹੋਏ ਨੇ। ਕਿਸਾਨ ਲੀਡਰਸ਼ਿਪ ਵੀ ਬੇਹੱਦ ਇਮਾਨਦਾਰੀ ਨਾਲ ਡਟ ਕੇ ਮਿਹਨਤ ਦੇ ਨਾਲ ਡਟੀ ਹੋਈ ਆ ਉੱਥੇ। ਤੇ ਕਿਸਾਨ ਲੀਡਰਸ਼ਿਪ ਨੂੰ ਪਤਾ ਕਿ ਅਸੀਂ ਜੇ ਖੜੇ ਰਹਾਂਗੇ ਸਾਡੇ ਕਿਸਾਨ ਵੀ ਖੜੇ ਰਹਿਣਗੇ। ਕਿਸਾਨ ਖੜੇ ਹੋਏ ਨੇ। ਔਰ ਜਿਹੜੇ ਲੋਕ ਕਈ ਵਾਰ ਕਹਿੰਦੇ ਆ ਜੀ ਨਹੀਂ ਇਹ ਅੰਦੋਲਨ, ਉਹ ਠੀਕ ਹੈ, ਉਤਰਾ ਚੜਾਅ ਅੰਦੋਲਨ ਕਦੇ ਵੀ ਐਂ ਨਹੀਂ ਚੱਲਦਾ, ਅੰਦੋਲਨ ਐਂ ਹੀ ਚੱਲੂਗਾ। ਕੁਛ ਵੀ ਜ਼ਿੰਦਗੀ 'ਚ ਕਦੇ ਐਂ ਨਹੀਂ ਚੱਲਦਾ ਹੁੰਦਾ, ਜ਼ਿੰਦਗੀ ਵੀ ਐਂ ਚੱਲਦੀ ਐ, ਹਰ ਚੀਜ਼ 'ਚ ਜਿਗਜੈਗ ਹੁੰਦੇ ਹੈਗੇ। ਇਸ ਕਰਕੇ ਅੰਦੋਲਨ 'ਚ ਵੀ ਜਿਗਜੈਗ ਹੈਗੇ ਨੇ, ਪਰ ਅੰਦੋਲਨ ਬਹੁਤ ਹੀ ਆਰਗੇਨਾਈਜ਼ਡ ਆ ਔਰ ਡਟਿਆ ਹੋਇਆ ਔਰ ਪੂਰੇ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨ ਲੱਗੇ ਹੋਏ ਆ। ਅੱਜ ਨਹੀਂ ਤੇ ਕੱਲ੍ਹ ਸਰਕਾਰ ਨੂੰ ਝੁਕਣਾ ਪਏਗਾ, ਕਿਉਂਕਿ ਕਿਸਾਨ ਹੱਕੀ ਮੰਗਾਂ ਦੇ ਉੱਤੇ ਡਟੇ ਹੋਏ ਆ, ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਆ, ਕਿਸਾਨ ਇਮਾਨਦਾਰੀ ਦੇ ਨਾਲ ਉਹ ਗੱਲ ਕਰ ਰਿਹਾ ਜਿਹੜੀ ਲੱਗਦਾ ਕਿਸਾਨਾਂ ਨੂੰ। ਔਰ ਹੁਣ ਤੇ ਗੱਲ ਸਾਬਤ ਹੋ ਗਈ ਕਿ ਬੀਜੇਪੀ ਦੇ ਲੀਡਰ, ਪੰਜਾਬ ਦੇ ਵੱਡੇ ਵੱਡੇ ਲੀਡਰ, ਇਹ ਗੱਲ ਜੋ ਕਿਸਾਨ ਕਹਿ ਰਹੇ ਸੀ ਸੇਮ ਗੱਲ ਕਹਿ ਰਹੇ ਨੇ। ਜੋ ਗੱਲ ਕਿਸਾਨ ਕਹਿ ਰਹੇ ਨੇ, ਕਿਸਾਨ ਲੀਡਰ ਕਹਿ ਰਹੇ ਨੇ, ਉਹ ਗੱਲ ਬੀਜੇਪੀ ਦੇ ਲੀਡਰ ਕਹਿਣ ਲੱਗੇ। ਤੇ ਇਹਦਾ ਮਤਲਬ ਸਮਝ ਲਓ ਤੁਸੀਂ ਕਹਾਣੀ ਕਿੱਧਰ ਨੂੰ ਜਾ ਰਹੀ ਹੈ। ਯਾਨੀ ਅੰਦੋਲਨ ਕਿਸਾਨਾਂ ਦੇ ਪੱਖ 'ਚ ਜਾ ਰਿਹਾ ਤੇ ਅੰਦੋਲਨ ਜਿੱਤੇਗਾ। ਅੱਜ ਨਹੀਂ ਤੇ ਕੱਲ੍ਹ ਅੰਦੋਲਨ ਦੀ ਜਿੱਤ ਜ਼ਰੂਰ ਹੋਏਗੀ। ਤਾਂ ਬੀਜੇਪੀ ਦੇ ਲੀਡਰਾਂ ਦੇ ਵਿਚਾਲੇ ਵੀ ਕਿਸਾਨੀ ਮਸਲੇ ਨੂੰ ਲੈ ਕੇ ਹੁਣ ਮਤਭੇਦ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਕਿ ਹੁਣ ਇਸ ਦੇ ਨਾਲ ਪੀਐਮ ਮੋਦੀ ਤੇ ਦਬਾਅ ਵਧੇਗਾ ਤੇ ਕਿਸਾਨੀ ਮਸਲੇ ਦਾ ਹੱਲ ਹੋਵੇਗਾ। ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ।